ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ a very good morning ਜੀ, ਸਤਿ ਸ੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ ਜੀ, ਅਰਸ਼ ਮਿਹਰਬਾਨੀ ਆਪਣੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਜੀ ਆਇਆਂ ਨੂੰ। ਜੌਲ ਸਾਹਿਬ ਬਿਫੋਰ ਵੀ ਸਟਾਰਟ ਤਾਜ਼ੀਆਂ ਗਰਮ ਖਬਰਾਂ, ਅਸੀਂ ਪਿਛਲੇ ਕਈ ਮਹੀਨਿਆਂ ਤੋਂ ਆਈ ਥਿੰਕ ਲਾਸਟ 2 months ਤੋਂ ਅਸੀਂ ਗੱਲ ਕਰ ਰਹੇ ਸੀ ਕਿ ਜੋ ਕਮਿਊਨਿਟੀ ਦੀ ਆਵਾਜ਼ ਇਹ ਹੈ ਕਿ ਡਾਇਰੈਕਟ ਫਲਾਈਟਾਂ ਕੈਨੇਡਾ ਤੋਂ ਟੋਰਾਂਟੋ ਤੋਂ ਵੈਨਕੂਵਰ ਤੋਂ ਡਾਇਰੈਕਟ ਫਲਾਈਟਾਂ ਅੰਮ੍ਰਿਤਸਰ ਤੋਂ ਜਾਣੀਆਂ ਚਾਹੀਦੀਆਂ। ਐਂਡ ਅਸੀਂ ਤੁਸੀਂ ਤੇ ਵੱਖ ਜਿਹੜੇ ਬੁਲਾਰੇ ਨੇ ਸਾਡੇ ਪ੍ਰੋਗਰਾਮ ਦੇ ਵਿੱਚ ਆਏ, ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਐਂਡ ਹਾਊਸ ਆਫ ਕਾਮਨਸ ਦੇ ਵਿੱਚ ਇਹ ਗੱਲ ਰੇਜ਼ ਵੀ ਕੀਤੀ ਗਈ ਹੈ। ਪਰੰਤੂ ਇੱਕ ਨਾਰਾਜ਼ਗੀ ਹੈ ਜੀ ਮੇਰੇ ਮਨ ਦੇ ਵਿੱਚ ਕਿ ਸਾਡੀ ਪੰਜਾਬੀ ਵਸੋ ਕਮਿਊਨਿਟੀ ਇੰਨੀ ਜ਼ਿਆਦਾ ਹੈ ਇੱਥੇ, ਤੇ ਸਿਰਫ ਹੈਰਾਨੀ ਵਾਲੀ ਇਹ ਗੱਲ ਹੈ ਤੇ ਮੈਨੂੰ ਸ਼ਰਮ ਆਉਂਦੀ ਹੈ ਕਹਿਣ ਨੂੰ, ਨੰਬਰ ਆંકੜੇ ਜਿਹੜੇ ਸਾਹਮਣੇ ਆਏ ਨੇ 14,000 ਸਿਰਫ ਪਟੀਸ਼ਨ ਹੋਏ ਨੇ ਇਸ ਨੂੰ ਲੈ ਕੇ। ਅਰਸ਼, ਇਹ ਇੰਡੀਕੇਟ ਕਰਦਾ ਵੀ ਸਾਡੀ ਕਮਿਊਨਿਟੀ ਜਾਗਰੂਕ ਹੈ, ਅਵੇਅਰ ਹੈ, ਤੇ ਉਹਨਾਂ ਨੂੰ ਪਤਾ ਵੀ ਜੇ ਕਿਤੇ ਕੋਈ ਇਸ਼ੂ ਆ, ਮੁੱਦਾ ਹੈ, ਤੇ ਉਹਨੂੰ ਹੱਲ ਕਰਨ ਦੇ ਲਈ ਸਿੱਧਾ ਰਾਹ ਕਿਹੜਾ ਜਾਂਦਾ ਤੇ ਵਲ ਪਾ ਕੇ ਕਿਹੜਾ ਜਾਂਦਾ। ਰਾਹ ਤੇ ਸਾਰੀ ਮੰਜ਼ਿਲ ਤੱਕ ਪਹੁੰਚਦੇ ਹੋ ਸਕਦੇ ਆ। ਇਹ ਘੱਟ ਐਨਰਜੀ ਘੱਟ ਸਮੇਂ ਦੇ ਵਿੱਚ ਵੱਧ ਪ੍ਰਾਪਤੀ ਕਰਨਾ ਚਾਹੁੰਦੇ ਆ ਤੇ ਫਿਰ ਸਾਨੂੰ ਟਾਰਗੇਟ ਫੋਕਸਡ ਸਿੱਧਾ ਜਿਹੜਾ ਸਾਨੂੰ ਥੋੜੇ ਸਮੇਂ ਵੱਲ ਆਪਣੀ ਮੰਜ਼ਿਲ ਵੱਲ ਰਾਹ ਲੈ ਜਾਏ ਉਹ ਅਪਣਾਉਣਾ ਪੈਂਦਾ ਜੀ। ਸੋ ਜਿਸ ਕਰਕੇ ਇਹ ਆ ਜੀ ਵੀ ਪਾਰਲੀਮੈਂਟ ਦੇ ਵਿੱਚ ਇਹ ਮਸਲਾ ਪਹਿਲੀ ਵਾਰੀ ਨਹੀਂ ਉੱਠਿਆ, ਬਹੁਤ ਵਾਰੀ ਉੱਠਿਆ, ਬਿਲਕੁਲ ਹਨਾ, ਉੱਠਣਾ ਚਾਹੀਦਾ। ਪਰ ਹੁਣ ਜਿਹੜੀ ਇਨਫੋਰਮੇਸ਼ਨ ਵੈਰੀਫਾਈਡ, ਸਹੀ, ਸੱਚੀ, ਢੁਕਵੀਂ ਸੰਗਤਾਂ ਨੂੰ ਦਿੱਤੀ ਜਾਂਦੀ ਆ, ਤੇ ਜੇ ਆਪਣੇ ਬਾਇਸਡ ਕਰਕੇ ਕੋਈ ਭੈਣ ਭਰਾ ਉਹਨੂੰ ਆਪਣੇ ਰਾਹੀਂ ਮਿਸ ਇਨਫੋਰਮੇਸ਼ਨ ਪ੍ਰਚਾਰੇ ਆਪਣੇ ਕਿਸੇ ਏਜੰਡੇ ਦੇ ਤਹਿਤ, ਚਲੋ ਉਹ ਵੀ ਸਵਾਗਤ ਹੈ। ਪਰ ਇਹੋ ਜਿਹੀਆਂ ਜਾਣੀ ਮਨ ਘੜਤ ਗੱਲਾਂ ਨਾਲ ਸਹੀ ਗੱਲ ਨੂੰ ਮਿਸ ਇਨਫੋਰਮੇਸ਼ਨ ਦੱਸਣ ਨਾਲ ਸੱਚ ਨੇ ਨਹੀਂ ਬਦਲ ਜਾਣਾ। ਸੱਚ ਇਹ ਆ ਵੀ ਸਰਕਾਰ ਸਿੱਧੇ ਤੌਰ ਤੇ ਭਾਵ ਕਿ ਕਿਸੇ ਬਿਜ਼ਨਸ ਨੂੰ ਕੈਨੇਡਾ ਵਿੱਚ ਚਲਾਉਣ ਲਈ, ਸ਼ੁਰੂ ਕਰਨ ਲਈ ਪਰਮਿਸ਼ਨ ਦੇਣ ਜਾਂ ਰਿਫਿਊਜ਼ ਕਰਨ 'ਚ ਤੇ ਉਹਨਾਂ ਦਾ ਕੰਟਰੀਬਿਊਸ਼ਨ ਹੈਗਾ, ਰੋਲ ਹੈਗਾ, ਰਾਈਟ। ਪਰ ਉਹ ਬਿਜ਼ਨਸਮੈਨ ਨੂੰ ਜਾ ਕੇ ਕਹਿਣ ਵੀ ਤੂੰ ਐਂ ਕਰ ਲਾ, ਤੈਨੂੰ ਘਾਟਾ ਪਵੇ ਜਾਂ ਵਾਧਾ ਪਵੇ, ਪਰ ਐਂ ਕਰਨਾ ਪਊ, ਏਦਾਂ ਗਵਰਨਮੈਂਟ ਨਹੀਂ ਕਰ ਸਕਦੀ। ਉਹ ਉਹਨਾਂ ਨੂੰ ਇਨਫੋਰਮ ਕਰ ਸਕਦੀ ਹੈ ਜੀ, ਗਵਰਨਮੈਂਟ ਦੇ ਲੋਕ MP ਫੈਸਿਲੀਟੇਟ ਕਰ ਸਕਦੇ ਨੇ। ਉਹ ਤਾਂ ਹੁਣ ਕੈਨੇਡਾ ਦੀ ਪਾਰਲੀਮੈਂਟ 'ਚ ਚੁਣੇ ਹੋਏ MP ਜਿੱਥੇ ਆਵਾਜ਼ ਉੱਠੀ ਆ, ਉਹ ਖੁਦ MP ਆ ਕੇ ਕਹਿ ਰਹੇ ਆ ਵੀ ਇਹ ਸਰਕਾਰ ਦਾ ਕੰਮ ਨਹੀਂ ਹੈਗਾ। ਹਾਂ ਠੀਕ ਹੈ, ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ, ਰਿਕੁਐਸਟ ਕਰ ਸਕਦੇ ਹਾਂ, ਪਰ ਫਲਾਈਟ ਏਅਰਲਾਈਨ ਨੇ ਚਲਾਉਣੀ। ਕੈਨੇਡੀਅਨ ਸਰਕਾਰ ਕੋਲ ਕੋਈ ਏਅਰਲਾਈਨ ਨਹੀਂ ਹੈ, ਸਾਡੀਆਂ ਸੰਗਤਾਂ ਨੂੰ ਪਤਾ ਆ। ਵੀ ਪਟੀਸ਼ਨ ਚਲੋ ਕਰ ਲੈਣੀ ਚਾਹੀਦੀ, ਬਹੁਤ ਅੱਛੀ ਗੱਲ ਹੈ, ਇਹ ਥੋੜ੍ਹਾ ਕਹਿੰਦੇ ਵੀ ਗਲਤ ਕੀਤਾ, ਪਰ ਉਹ ਸਿੱਧਾ ਰਾਹ ਨਹੀਂ ਹੈਗਾ। ਸਿੱਧਾ ਰਾਹ ਇਹ ਆ ਵੀ ਏਅਰਲਾਈਨ ਨੇ ਫਲਾਈਟ ਚਲਾਉਣੀ ਆ, ਏਅਰਲਾਈਨ ਤੱਕ ਗੱਲ ਜਾਣੀ ਚਾਹੀਦੀ ਆ, ਏਅਰਲਾਈਨ ਤੱਕ ਆਪਾਂ ਆਪਣੀ ਪ੍ਰੈਜੈਂਟੇਸ਼ਨ ਲੈ ਕੇ ਜਾ ਸਕਦੇ ਹਾਂ। ਤੇ ਏਦਾਂ ਕਰਕੇ ਇਹ ਰੂਟ ਜਿਹੜਾ ਜੀ ਬੈਨੀਫਿਸ਼ੀਅਲ ਆ। ਹੁਣ ਤੱਕ ਤੁਸੀਂ ਇਹਨੂੰ ਇਗਨੋਰ ਕਰਿਆ ਰੱਖਿਆ, ਆਹ ਦੇਖੋ ਤੁਹਾਨੂੰ ਕਿੰਨਾ ਲਾਭ ਹੋ ਸਕਦਾ ਹੈ। ਤੇ ਜਿਹੜਾ ਬਿਜ਼ਨਸ ਓਨਰ ਆ ਉਹਨੂੰ ਕਿਸੇ ਕੰਮ 'ਚ, ਆਪਣੇ ਬਿਜ਼ਨਸ 'ਚ ਫਾਇਦਾ ਹੋ ਸਕੇ, ਇਹੋ ਜਿਹੇ ਰੂਟ ਏਅਰਲਾਈਨਾਂ ਤੇ ਲੱਭਦੀਆਂ ਫਿਰਦੀਆਂ, ਉਹਨਾਂ ਨੂੰ ਸਿਫਾਰਿਸ਼ਾਂ ਦੀ ਲੋੜ ਨਹੀਂ ਹੈ। ਬਾਕੀ 200 ਰੂਟਸ ਤੇ ਜਾਂਦੀ ਏਅਰ ਕੈਨੇਡਾ, ਉਹ ਕਿਸੇ ਦੀ ਸਿਫਾਰਿਸ਼ ਤੇ ਜਾਂਦੀ ਹੈ। ਸੋ ਇਸ ਕਰਕੇ ਵੀ ਇਹ ਫਲਾਈਟ ਇਹ ਥੋੜਾ ਵੀ ਕਦੀ ਚੱਲੀ ਹੀ ਨਹੀਂ, ਕੱਲ ਕੇ ਬੰਦ ਹੋਈਆਂ ਨੇ, ਉਹਦੇ ਪਿੱਛੇ ਰੀਜ਼ਨ ਚਲੋ ਜੋ ਵੀ ਨੇ, ਰਾਈਟ। ਸਰਕਾਰਾਂ ਦੇ ਰੋਲ ਵੀ ਹੈਗੇ, ਉਹ ਵੀ ਸਾਨੂੰ ਲੌਬੀਆਂ ਕਰ ਲੈਣੀਆਂ ਚਾਹੀਦੀਆਂ, ਪਰ ਪਹਿਲਾ ਕੰਮ ਲੌਬੀ ਕਰਨਾ ਏਅਰਲਾਈਨ ਨੂੰ ਹੈ, ਪਾਰਲੀਮੈਂਟ ਨੂੰ ਨਹੀਂ ਹੈ। ਪਹਿਲਾਂ ਵੀ ਪਟੀਸ਼ਨ ਜਾ ਚੁੱਕੀ ਆ ਜੀ, ਤਾਂ ਕੀ ਬਣਿਆ? ਪਹਿਲਾਂ ਤਾਂ ਪਟੀਸ਼ਨ ਜਿਹੜੀ ਸਰਕਾਰ ਚਲਾ ਰਹੀ ਪਾਰਟੀ, ਉਹਨਾਂ ਦੇ MP ਨੇ ਲਿਆਂਦੀ ਸੀ, ਗੱਲ ਕੀਤੀ ਸੀ ਪਾਰਲੀਮੈਂਟ 'ਚ ਇਹਦੇ ਬਾਰੇ ਜੀ, ਬਣਿਆ ਕੀ ਉਹਦਾ? ਕਿਉਂਕਿ ਉਹਨਾਂ ਦੇ ਹੱਥ ਨਹੀਂ ਗਾ, ਔਰ ਸੰਗਤਾਂ ਇਹ ਗੱਲ ਸਮਝਦੀਆਂ ਨੇ। ਸੋ ਇਸ ਕਰਕੇ ਅਸੀਂ ਸੰਗਤਾਂ ਦਾ ਕਸੂਰ ਨਹੀਂ ਕੱਢ ਸਕਦੇ ਵੀ ਉਹਨਾਂ ਨੇ ਪਟੀਸ਼ਨ ਸਾਈਨ ਨਹੀਂ ਕੀਤੀ। ਸੰਗਤਾਂ ਨੂੰ ਪਤਾ ਵੀ ਅਸੀਂ ਆਪਣੀ ਐਨਰਜੀ ਵੇਸਟ ਨਹੀਂ ਕਰਨੀ, ਅਸੀਂ ਸਿੱਧੇ ਪਾਸੇ ਤੁਰੀਏ। ਸਾਡੇ ਕੋਲ ਪ੍ਰੈਜੈਂਟੇਸ਼ਨ ਆ, ਰੂਟ ਕੋਈ ਬਹੁਤ ਬੈਨੀਫਿਸ਼ੀਅਲ ਹੈ, ਬਹੁਤ ਹੀ ਖੁਸ਼ੀ ਦੀ ਗੱਲ ਆ। ਉਹਦੇ ਲਈ ਏਅਰਲਾਈਨ ਕੋਲ ਆਪ ਟਾਈਮ ਨਹੀਂ ਮਿਲਦਾ, ਪਾਰਲੀਮੈਂਟ ਮੈਂਬਰ ਅੱਗੇ ਲਾਏ ਜਾ ਸਕਦੇ ਔਰ ਟਾਈਮ ਲੈ ਕੇ ਦੇਣ, ਉਹ ਆਪ ਲੈ ਜਾਣ ਡੈਲੀਗੇਸ਼ਨ ਨਾਲ। ਆਪ ਕਮਿਊਨਿਟੀ 'ਚੋਂ ਡੈਲੀਗੇਸ਼ਨ MP 18 ਦੇ ਹੈਗੇ ਆ, ਉਹਨਾਂ ਤੋਂ ਬਾਅਦ ਅੰਮ੍ਰਿਤਸਰ ਦਾ ਇੰਪੋਰਟੈਂਸ ਦਾ ਕਿਹਨੂੰ ਪਤਾ? ਉਹ 18 ਦੇ ਵਿੱਚੋਂ 5-7 ਵੀ ਜੇ ਇਕੱਠੇ ਹੋ ਕੇ ਏਅਰਲਾਈਨ ਨੂੰ ਇੱਕ MP ਵੀ ਰਿਕੁਐਸਟ ਕਰ ਦੇਵੇ, ਚਿੱਠੀ ਲਿਖ ਦੇਵੇ, ਏਅਰਲਾਈਨ ਟਾਈਮ ਦਊਗੀ।
ਸੋ ਇਸ ਕਰਕੇ ਸਾਨੂੰ ਵਾਲ ਪਾਉਣ ਦੀ ਲੋੜ ਨਹੀਂ ਹੈ, ਵਾਲ ਪਾਉਣ ਦੀ ਲੋੜ ਨਹੀਂ ਹੈ। ਅਸੀਂ ਸਿੱਧੇ ਜਾ ਸਕਦੇ ਹਾਂ ਜੇ ਅਸੀਂ ਕੋਈ ਪ੍ਰਾਪਤੀ ਜੀਵਨ ਦੇ ਵਿੱਚ ਕਰਨੀ ਆ। ਸੋ ਤਦ ਕਰਕੇ ਆਹ ਸਾਰੇ ਭੈਣ ਭਰਾਵਾਂ ਦੀ ਐਫਰਟਸ ਦਾ ਬਹੁਤ ਸਵਾਗਤ ਹੈ। ਪਰ ਆਪਣੇ ਵਾਲ ਪਾ ਕੇ ਜ਼ਿਆਦਾ એનર્ਜੀ ਜ਼ਿਆਦੇ ਸਮੇਂ 'ਚ ਕੀਤੇ ਜਾਣ ਵਾਲੇ ਕੰਮ ਨੂੰ ਜਾਣੀ ਕਿ ਸਹੀ ਦੱਸਣਾ ਤੇ ਸਹੀ ਇਨਫੋਰਮੇਸ਼ਨ ਨੂੰ ਮਿਸ ਇਨਫੋਰਮੇਸ਼ਨ ਦੱਸਣਾ, ਕਮਿਊਨਿਟੀ ਬਹੁਤ ਸਿਆਣੀ ਆ, ਉਹ ਸਮਝਦੀ ਹੈ। ਉਹ ਸਮਝਦੀ ਆ ਵੀ ਸਹੀ ਇਨਫੋਰਮੇਸ਼ਨ ਕੀ ਹੈ, ਉਹ ਸਮਝਦੀ ਆ ਵੀ ਮਿਸ ਇਨਫੋਰਮੇਸ਼ਨ ਕੀ ਹੈ। ਉਹਨਾਂ ਨੂੰ ਪਤਾ ਆ ਵੀ ਉਹਨਾਂ ਨੂੰ ਕੀ ਕਰਨ ਦੀ ਲੋੜ ਹੈ। ਕੈਨੇਡਾ 'ਚ ਸਾਡੀ ਕਮਿਊਨਿਟੀ ਦਾ ਬੜਾ ਸਤਿਕਾਰ ਹੈ ਜੀ, ਉਹ ਇਸ ਵੇਲੇ ਬੜੇ ਅਵੇਅਰ ਨੇ। ਸੋ ਤਦ ਕਰਕੇ ਵੀ ਕਿਉਂਕਿ ਇਹ ਜ਼ਿਆਦਾ ਵਲ ਪਾ ਕੇ ਲੰਬੇ ਸਮੇਂ 'ਚ ਘੱਟ ਮੇ ਵੀ ਪ੍ਰਾਪਤੀ ਵਾਲਾ ਕੰਮ ਹੈ ਤੇ ਤਦ ਕਰਕੇ ਕਮਿਊਨਿਟੀ 'ਚ ਹੋ ਸਕਦਾ ਵੀ ਉਹਨਾਂ ਇੰਟਰਸਟ ਨਹੀਂ ਵੱਧ ਚੜ ਕੇ ਲਿਆ, ਹਨਾ। ਪਰ ਜੇ ਅਸੀਂ ਸਿੱਧਾ ਕੰਮ ਕਰੀਏ ਵੀ 에ਅਰਲਾਈਨ ਸਾਨੂੰ ਸਮਾਂ ਨਹੀਂ ਦਿੰਦੀ, ਉਹ ਗੱਲ ਅਸੀਂ ਐਮਪੀਆਂ ਕੋਲ ਲੈ ਕੇ ਜਾਈਏ, ਮੰਤਰੀਆਂ ਕੋਲ ਲੈ ਜਾਈਏ, ਪ੍ਰਾਈਮ ਮਿਨਿਸਟਰ ਕੋਲ ਲੈ ਜਾਈਏ, ਉਹ ਰੋਲ ਅਦਾ ਕਰਨ ਵੀ 에ਅਰਲਾਈਨ ਨੂੰ ਮੋਟੀਵੇਟ ਕੀਤਾ ਜਾ ਸਕੇ ਤੇ ਉਹਨਾਂ ਨੂੰ ਪ੍ਰੈਜੈਂਟੇਸ਼ਨ ਦਿੱਤੀ ਜਾ ਸਕੇ। ਫਿਰ ਇੱਕ ਵਾਰੀ ਕੋਈ ਵੀ ਬਿਜ਼ਨਸ ਓਨਰ ਤੇ ਲੱਭਦਾ ਫਿਰਦਾ ਵੀ ਮੈਨੂੰ ਕਿੱਥੋਂ ਲਾਭ ਹੋ ਸਕਦਾ। ਰਾਈਟ। ਅੰਮ੍ਰਿਤਸਰ ਦਾ ਰੂਟ ਆਪਾਂ ਕਿੰਨੀ ਵਾਰੀ ਚਰਚਾ ਕੀਤੀ ਆ। ਇਕੋਨੋਮੀ ਕਲਾਸ 'ਚ ਬੈਠੇ ਲੋਕਾਂ ਨੂੰ ਲੱਗਦਾ ਵੀ ਪਲੇਨ ਬਹੁਤ ਫੁੱਲ ਹੈ। 에ਅਰਲਾਈਨ ਨੂੰ ਦੱਸਦਾ ਮੇਰੀ ਬਿਜ਼ਨਸ ਕਲਾਸ ਖਾਲੀ ਜਾ ਰਹੀ ਜਿੱਥੋਂ ਮੈਂ 4 ਪੈਸੇ ਬਣਾਉਣੇ ਆ। ਪਰ ਹੁਣ ਬਦਲੇ, ਪਹਿਲਾਂ ਏਦਾਂ ਸੀਗਾ, ਅੱਜ ਜੇ ਨਹੀਂ ਏਦਾਂ ਹੈਗਾ। ਕਮਿਊਨਿਟੀ ਉਹ ਬਹੁਤ ਅੱਗੇ ਵੱਧ ਚੁੱਕੀ ਆ ਤੇ 에ਅਰਲਾਈਨ ਨੂੰ ਇਹ ਸਟੱਡੀ ਦੇ ਦਿੱਤੀ ਜਾਣੀ ਚਾਹੀਦੀ ਆ ਕਨਕਲੂਸਿਵ ਕਿ ਆਹ ਦੇਖੋ ਜੀ ਹੁਣ ਤਾਂ ਸਾਡੀ ਕਮਿਊਨਿਟੀ ਇੰਨੀ ਡਿਵੈਲਪ ਹੋ ਚੁੱਕੀ ਕਿ ਅੰਮ੍ਰਿਤਸਰ ਨੂੰ ਬਿਜ਼ਨਸ ਕਲਾਸ ਤੁਹਾਡੀ ਫੁੱਲ ਜਾਊਗੀ। ਟਰਾਈ ਕਰਕੇ ਦੇਖੋ ਜੀ, ਹਫ਼ਤੇ 'ਚ 1 ਟਰਾਈ ਕਰ ਲਓ, 2 ਤੁਸੀਂ ਫਲਾਈਟਾਂ ਚਲਾ ਕੇ ਦੇਖ ਲਓ, ਹਨਾ। ਜਾਂ ਕੋਈ ਇਦਾਂ ਦਾ ਪਲੇਨ ਹੀ ਡਿਜ਼ਾਈਨ ਕਰ ਲਓ ਵੀ ਜੇ ਡਿਮਾਂਡ ਹੀ ਇਕੋਨੋਮੀ ਕਲਾਸ ਦੀ ਆ ਤੇ ਫਿਰ ਆਪਾਂ ਸਾਰਾ ਪਲੇਨ ਹੀ ਇਕੋਨੋਮੀ ਕਲਾਸ ਦਾ ਲੈ ਜਾਈਏ। ਰਾਈਟ। ਸੋ ਅਸੀਂ ਆਪਸ਼ਨਸ ਦੇਖੀਏ, ਵਾਇਬਲ ਕਿੱਦਾਂ ਹੋ ਸਕਦਾ। ਬੜੇ ਬੁੱਧੀਜੀਵੀ ਇਹਦੇ ਪਿੱਛੇ ਲੋਕ ਨੇ, ਪਰ ਜਦੋਂ ਆਹ ਗੱਲ ਪਾਰਲੀਮੈਂਟ ਵਾਲੀ, ਐਮਪੀਆਂ ਵਾਲੀ, ਉਹਨਾਂ ਦੇ ਕੰਮ ਇਹ ਕਰਨ ਵਾਲਾ ਇੱਕਦਮ ਨਹੀਂ ਗਾ। 에ਅਰਲਾਈਨ ਬਿਜ਼ਨਸ ਸਾਡੇ ਦੇਸ਼ ਦੇ ਵਿੱਚ ਇੱਕ ਪ੍ਰਾਈਵੇਟ ਬਿਜ਼ਨਸ ਆ। 에ਅਰਲਾਈਨ ਦੀ ਮੈਨੇਜਮੈਂਟ ਨੇ, ਓਨਰ ਨੇ ਖੁਦ ਫੈਸਲਾ ਕਰਨਾ ਕਿਹੜੇ ਰੂਟ ਤੇ ਉਹਨਾਂ ਨੇ ਜਹਾਜ਼ ਲਿਜਾਣੇ ਆ, ਕਿਹੜੇ ਤੇ ਉਹਨਾਂ ਨੇ ਨਹੀਂ ਲਿਜਾਣੇ ਆ। ਜੀ, ਸਰਕਾਰ ਦਾ ਕੰਮ ਇੰਨਾ ਹੀ ਆ, ਕੋਈ ਇੱਕ ਰੂਟ ਪਿਕ ਕਰ ਲਵੇ ਤੇ ਮੈਂ ਇੱਥੇ ਜਾਣਾ, ਉਹ ਸਰਕਾਰ ਨੇ ਬਾਕੀ ਰੂਟਸ ਤੇ ਇਹਨਾਂ ਨੂੰ, 에ਅਰ ਕੈਨੇਡਾ ਨੂੰ ਪਰਮਿਸ਼ਨ ਦਿੱਤੀ ਹੋਈ ਆ, ਅੰਮ੍ਰਿਤਸਰ ਤੇ ਕਿਉਂ ਨਹੀਂ ਦੇ ਦੂਗੀ? ਜਾਂ ਤੇ ਹੋਵੇ ਨਾ ਜੀ, 에ਅਰਲਾਈਨ ਜਾਣ ਨੂੰ ਤਿਆਰ ਆ, ਸਰਕਾਰ ਪਰਮਿਸ਼ਨ ਨਹੀਂ ਦੇ ਰਹੀ। ਹਾਂ, ਇਹ ਹੋ ਸਕਦਾ। ਪਾਰਲੀਮੈਂਟ 'ਚ ਜਾਣਾ ਚਾਹੀਦਾ, ਫਿਰ ਆਪਾਂ ਨੂੰ ਸੰਸਦ ਵਿੱਚ ਚਲੇ ਜਾਣਾ ਚਾਹੀਦਾ, ਮੰਤਰੀਆਂ ਕੋਲ ਚਲੇ ਜਾਣਾ ਚਾਹੀਦਾ ਵੀ ਦੇਖੋ ਜੀ 에ਅਰਲਾਈਨ ਤੁਹਾਡੇ ਤਰਲੇ ਕੱਢ ਰਹੀ ਆ ਤੇ ਤੁਸੀਂ ਪਰਮਿਸ਼ਨ ਨਹੀਂ ਦਿੰਦੇ। ਉੱਥੇ ਤੱਕ ਇਹ ਗੱਲ ਹੀ ਨਹੀਂ ਪਹੁੰਚੀ। ਸੋ ਤਦ ਕਰਕੇ ਅਸੀਂ ਬਾਈਪਾਸ ਨਹੀਂ ਕਰਨਾ, ਅਸੀਂ ਫੋਕਸਡ ਹੋ ਕੇ ਆਪਣੇ ਮਿਸ਼ਨ ਤੇ ਕੰਮ, ਸਿੱਧਾ ਰੂਟ ਜਿਹੜਾ ਘੱਟ ਸਮੇਂ 'ਚ ਅਸੀਂ ਵੱਧ ਪ੍ਰਾਪਤੀ ਕਰੀਏ ਜੀ, ਤੇ ਉਹ ਵਾਇਆ ਪਾਰਲੀਮੈਂਟ ਨਹੀਂ ਹੈਗਾ ਜੀ। ਕੱਲ੍ਹ ਜੌਲ ਸਾਹਿਬ ਬਹੁਤ ਅਹਿਮ ਦਿਨ ਹੈ ਜੀ, ਐਜ਼ ਵੀ ਆਲ ਨੋ ਟੁਮਾਰੋ ਇਜ਼ ਇੰਟਰਨੈਸ਼ਨਲ ਵੂਮਨਸ ਡੇ। ਯੈਸ ਸਰ, ਬਿਲਕੁਲ ਠੀਕ ਆ ਤੁਹਾਡੀ ਗੱਲ ਵੀ ਕੱਲ ਇੰਟਰਨੈਸ਼ਨਲ ਵਿਮਨਸ ਡੇ ਆ ਤੇ ਇਹ ਵਿਮਨਸ ਡੇ ਆ ਜਿਹੜਾ ਨਾ ਇਹ ਹਰ ਸਾਲ ਆਉਂਦਾ ਆ, ਦੁਨੀਆ ਦੇ ਵਿੱਚ ਮਨਾਇਆ ਜਾਂਦਾ ਇੱਕ ਦਿਨ। ਤੇ ਫਿਰ ਇਹਦਾ ਮਤਲਬ ਜਾਣੀ ਕਿ ਇਹ ਹੁੰਦਾ ਵੀ ਔਰਤਾਂ ਦੀਆਂ ਪ੍ਰਾਪਤੀਆਂ ਨੂੰ ਡਿਸਕਸ ਕਰਨਾ ਜੀ, ਔਰਤਾਂ ਦੀ ਬਰਾਬਰਤਾ ਦੀ ਗੱਲ ਕਰਨਾ ਜੀ, ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਚੱਲਦੀਆਂ ਜੀ। ਪਰ ਹੁਣ ਸਾਡੇ ਦੇਸ਼ ਕੈਨੇਡਾ ਦੇ ਵਿੱਚ ਤੇ ਕਮਾਲ ਹੋਈ ਪਈ ਆ ਨਾ, ਤੁਸੀਂ ਦੇਖੋ ਵੀ ਇਸ ਵੇਲੇ 3 ਜਿਹੜੇ ਸਭ ਤੋਂ ਵੱਡੇ ਸਾਡੇ ਦੇਸ਼ ਦੇ ਵਿੱਚ ਅਹੁਦੇ ਆ, ਉਪ ਪ੍ਰਧਾਨ ਮੰਤਰੀ ਤੇ ਫਾਈਨੈਂਸ ਮਿਨਿਸਟਰ ਜੀ ਔਰਤ ਹੈ, ਵਿਦੇਸ਼ ਮੰਤਰੀ ਔਰਤ ਹੈ, ਰੱਖਿਆ ਮੰਤਰੀ, ਡਿਫੈਂਸ ਮਿਨਿਸਟਰ ਔਰਤ ਹੈ, ਹਨਾ। ਸਾਡੀ ਜਿਹੜੀ ਕੈਬਨਿਟ ਆ ਦੇਸ਼ ਦੀ ਉਹ ਵੀ ਅੱਧੋ ਅੱਧ ਆ, ਕਿਸੇ ਨਾ ਕਿਸੇ ਰੂਪ ਚ ਕੈਨੇਡਾ ਜਿਹੜਾ ਰਾਈਟ ਡਾਇਰੈਕਸ਼ਨ ਨੂੰ ਜਾ ਰਿਹਾ। ਔਰ ਇਹ ਜਿਹੜੀ ਔਰਤ ਦੀ, ਲੜਕੀਆਂ ਦੀ ਬਰਾਬਰਤਾ ਦੀ ਗੱਲ ਜਿਹੜੀ ਨਾ ਵੀ ਇਹ ਬਾਹਰੋਂ ਨਹੀਂ ਸ਼ੁਰੂ ਹੋਣੀ ਹੁੰਦੀ ਹੈ, ਅਸਲ ਚ ਤਾਂ ਦੇਸ਼ ਦੀ ਕੈਬਨਿਟ ਤੋਂ, ਇਹ ਘਰ ਤੋਂ ਸ਼ੁਰੂ ਹੋਣੀ ਹੁੰਦੀ ਹੈ, ਹਰ ਇੱਕ ਘਰ ਦੇ ਅੰਦਰੋਂ ਜੀ। ਹੁਣ ਘਰ ਗੁਰਬਾਣੀ ਦੇ ਵਿੱਚ ਵੈਸੇ ਸਰੀਰ ਨੂੰ ਵੀ ਕਿਹਾ ਗਿਆ, ਸਰੀਰ ਹੁਣ ਓਦਾਂ ਐਕਟ ਕਰਦਾ ਜਿੱਦਾਂ ਦਿਮਾਗ ਕਹੇ। ਦਿਮਾਗ 'ਚ ਪੀੜ੍ਹੀਆਂ ਤੋਂ ਵਸਿਆ ਹੋਇਆ, ਪੀੜ੍ਹੀ ਦਰ ਪੀੜ੍ਹੀ ਕਿ ਭਈ ਕੁੜੀਆਂ ਦਾ ਘਰ ਕਿਤੇ ਹੋਰ ਆ ਜਦੋਂ ਘਰ 'ਚ ਜੰਮ ਪਈਆਂ, ਤੇ ਮੁੰਡਿਆਂ ਦਾ ਘਰ ਉਹੀ ਆ ਜਿੱਥੇ ਉਹ ਜੰਮੇ, ਹਨਾ। ਹੁਣ ਕੱਲ ਵੀ ਕੋਈ ਬੜੇ ਲੀਡਰ ਦਾ ਉੱਥੋਂ ਪੰਜਾਬ ਤੋਂ ਫੋਨ ਆਇਆ, ਉਹ ਕਹਿੰਦੇ ਮਤਲਬ ਹੁਣ ਤੁਸੀਂ ਦੇਖੋ ਵੀ ਜਿਹਨਾਂ ਨੇ ਲੀਡ ਕਰਨਾ ਉਹਨਾਂ ਦੇ ਦਿਮਾਗ 'ਚ ਕੀ ਆ ਜੀ। ਲੜਕੀਆਂ ਨੇ ਤੇ ਵਿਆਹ ਕੇ ਆਪਣੇ ਘਰ ਚਲੇ ਜਾਣਾ ਜੀ, ਅਸੀਂ ਤੇ ਆਪਣੇ ਬਜ਼ੁਰਗ ਹੋਣ ਵੇਲੇ ਦੇ ਸਮੇਂ ਦੀ ਤਿਆਰੀ ਕਰ ਰਹੇ ਹਾਂ।
ਲੜਕੀਆਂ ਨੇ ਜੰਮਦਿਆਂ ਸਾਰ ਸੋਚਿਆ ਹੋਇਆ ਮਨ 'ਚ ਬਿਲਟ ਇਨ ਡਿਸਕ੍ਰਿਮੀਨੇਸ਼ਨ ਆ ਘਰੋਂ ਹੀ ਵੀ ਇਹਨਾਂ ਦਾ ਘਰ ਕਿਤੇ ਹੋ ਰਿਹਾ, ਮਾਪਿਆਂ ਦਾ ਸਾਰਾ ਮਾਲ ਮੱਤਾ ਤੇ ਜੋ ਕੁਝ ਵੀ ਹੈਗਾ ਜਾਣੀ ਘਰ ਆ ਪ੍ਰਾਪਰਟੀ ਆ ਉਹ ਸਿਰਫ ਮੁੰਡਿਆਂ ਦੀ ਆ। ਤੇ ਤੁਸੀਂ ਕਦੀ ਦੇਖਿਆ ਵੀ ਮੁੰਡੇ ਇਹਦੇ ਬਾਰੇ ਬੋਲੇ ਹੋਣ ਵੀ ਇਹ ਬੇਇਨਸਾਫੀ ਸਾਡੀ ਭੈਣਾਂ ਨਾਲ ਜੀ ਵੀ ਅਸੀਂ ਨਹੀਂ ਕਰਨੀ? ਕਦੀ ਸੁਣੀ ਗੱਲ ਇਹ? ਕਦੀ ਔਰਤ ਦਿਵਸ ਤੇ ਵੀ ਇਹ ਗੱਲ ਸੁਣੀ ਆ ਵੀ ਮੁੰਡਿਆਂ ਨੂੰ ਇਹ ਗੱਲ ਬਹੁਤ ਮਾੜੀ ਲੱਗੀ ਹੋਵੇ? ਅੱਛਾ, ਮੁੰਡਿਆਂ ਦੀ ਗੈਰਤ ਉਦੋਂ ਬੜੀ ਸੋਹਣੀ ਜਾਗ ਜਾਂਦੀ ਜਦੋਂ ਕੁੜੀਆਂ ਕਹਿਣ ਵੀ ਸਾਡਾ ਹਿੱਸਾ ਦੇ ਦਿਓ, ਫਿਰ ਉਹਨਾਂ ਨੂੰ ਹੋ ਜਾਂਦਾ ਵੀ ਲਓ ਜੀ ਇਹਨਾਂ ਨੇ ਹਿੱਸਾ ਮੰਗ ਲਿਆ ਕਿਉਂ ਦੇ ਦਈਏ। ਮਤਲਬ ਕਹਿਣ ਦਾ ਵੀ ਇਸ ਘਰਾਂ ਦੇ ਵਿੱਚ ਹੀ ਜਿਹੜੇ ਡਿਸਕ੍ਰਿਮੀਨੇਸ਼ਨ ਚੱਲ ਰਹੇ ਕੁੜੀਆਂ ਦੇ ਨਾਲ ਨਾ, ਔਰਤ ਦਿਵਸ ਆ ਜੀ ਬਾਹਰਲਾ ਡਿਸਕ੍ਰਿਮੀਨੇਸ਼ਨ ਦਿਸਦਾ ਸਾਨੂੰ, ਜਿਹੜਾ ਆਪ ਕਰੀ ਜਾਂਦੇ ਉਹ ਕਿਉਂ ਨਹੀਂ ਦਿਸਦਾ? ਸੋ ਇਸ ਕਰਕੇ ਮੈਂ ਸਮਝਾਂਗਾ ਵੀ ਔਰਤ ਦਿਵਸ ਸਾਡੀ ਕਮਿਊਨਿਟੀ ਦੇ ਵਿੱਚ ਸਭ ਤੋਂ ਵਧੀਆ ਤਰੀਕੇ ਨਾਲ ਜੇ ਮਨਾਉਣਾ ਆ ਤਾਂ ਇਹੀ ਆ ਵੀ ਕੱਲ ਦਾ ਦਿਨ ਫਿਰ ਵਿਚਾਰ ਲਈਏ ਵੀ ਕੀ ਜਿਹੜਾ ਇਹ ਕੁੜੀ ਘਰ ਵਿੱਚ ਜਨਮ ਲਵੇ, ਮੁੰਡਾ ਜਨਮ ਲਵੇ, ਤੇ ਸਾਰੀਆਂ ਔਲਾਦਾਂ ਦਾ ਬਰਾਬਰ ਨਹੀਂਗਾ ਸਭ ਕੁਝ ਜੋ ਵੀ ਮਾਪਿਆਂ ਕੋਲ ਆ। ਮੁੰਡਿਆਂ ਨੂੰ ਕਿਉਂ ਸਾਰਾ ਮਾਲ ਮੱਤਾ ਮਿਲ ਜਾਣਾ ਚਾਹੀਦਾ ਤੇ ਕੁੜੀਆਂ ਨਵਾਂ ਸੂਟ ਤੇ ਲਾਲ ਚੂੜਾ ਪਾ ਕੇ ਨਿਕਲ ਜਾਣ, ਚਲੇ ਜਾਣ, ਵਿਆਹ ਹੋ ਗਿਆ ਠੀਕ ਆ ਜੀ, ਆਪਣੇ ਘਰ ਚਲ ਗਈ ਜੀ। ਉਹਦਾ ਜੰਮਦੇ ਸਾਰ ਜਾਣੀ ਘਰ ਆਪਣਾ ਨਹੀਂਗਾ, ਉਹਨੂੰ ਇਹ ਅਹਿਸਾਸ ਕਰਾਇਆ ਜਾਂਦਾ ਵੀ ਤੂੰ ਬੇਗਾਨੀ ਆ। ਮੁੰਡੇ ਨੂੰ ਕਦੀ ਅਹਿਸਾਸ ਕਰਾਇਆ ਜਾਂਦਾ ਵੀ ਤੂੰ ਬੇਗਾਨਾ ਆ? ਕੀ ਇਹ ਵਿਤਕਰਾ ਨਹੀਂ? ਤੇ ਇਹ ਵਿਤਕਰਾ ਸਾਨੂੰ ਦਿਸਦਾ ਕਿਉਂ ਨਹੀਂ? ਔਰਤਾਂ ਨੂੰ ਕਿਹੜਾ ਦਿਸਦਾ ਘਰਾਂ ਵਿੱਚ? ਉਹ ਵੀ ਜਾਣੀ ਏਦਾਂ ਮੁੰਡੇ ਦੀ ਚਾਹਤ ਵਿੱਚ ਹੀ ਸਭ ਕੁਝ ਏਦਾਂ ਹੁਣ ਸੱਚੀ ਗੱਲ ਚੁੱਭ ਜਾਂਦੀ ਆ ਵੀ ਇਹ ਵਿਤਕਰਾ ਇਕੱਲੇ ਬੰਦੇ ਹੀ ਨਹੀਂ ਕਰਦੇ, ਔਰਤਾਂ ਇਹ 'ਚ ਸ਼ਾਮਲ ਹੈ ਜੀ। ਤੇ ਫਿਰ ਅਸੀਂ ਕਾਹਦਾ ਇੰਟਰਨੈਸ਼ਨਲ ਵੂਮਨਸ ਡੇ ਮਨਾ ਰਹੇ ਹਾਂ? ਜੇ ਘਰ ਦੇ ਵਿੱਚ ਵਿਤਕਰਾ, ਸਾਡੇ ਦਿਲ ਦਿਮਾਗ ਦੇ ਵਿੱਚ ਵਿਤਕਰਾ ਪੀੜ੍ਹੀ ਦਰ ਪੀੜ੍ਹੀ ਟਰਾਂਸਫਰ ਹੋ ਰਿਹਾ, ਤੇ ਵੂਮਨਸ ਡੇ ਮਨਾਏ ਦਾ ਅਰਥ ਕੀ ਹੈ? ਲੈਕਚਰਾਂ ਮਤਲਬ ਜਦੋਂ ਅਸੀਂ ਕੋਈ ਗੱਲ ਮੰਨਣੀ ਕਰਨੀ ਨਹੀਂ, ਪ੍ਰੈਕਟੀਕਲੀ ਉਹਨੂੰ ਅਡਾਪਟ ਨਹੀਂ ਕਰਨਾ, ਤੇ ਫਿਰ ਸਾਰੀ ਉਮਰ ਏਦਾਂ ਮਤਲਬ ਦਿਨ ਤਾਂ ਹਰ ਸਾਲ ਆ ਹੀ ਜਾਂਦਾ। ਸੋ ਇਸ ਕਰਕੇ ਆਓ ਇਸ ਸਾਲ ਔਰਤ ਦਿਵਸ ਦਾ ਕੋਈ ਅਸੀਂ ਸਿੱਟਾ ਕੱਢੀਏ, ਮੰਨੀਏ ਕਿ ਘਰ 'ਚ ਔਲਾਦ ਡਜ਼ ਨਾਟ ਮੈਟਰ ਕੌਣ ਹੈ, ਬੱਚਾ ਲੜਕੀ ਹੈ ਮੁੰਡਾ ਹੈ ਜੀ, ਸਭ ਕੁਝ ਸਾਰਿਆਂ ਦਾ ਬਰਾਬਰ ਆ। ਕਿਉਂ ਇਹ ਦਿਲ ਦੇ ਦਿਮਾਗਾਂ ਦੇ ਵਿੱਚ ਪੱਥਰ ਸਖਤੀਆਂ ਲਈ ਫਿਰਦੇ ਆ ਤੇ ਕੁੜੀਆਂ ਦਾ ਘਰ ਕਿਤੇ ਹੋਰ ਆ, ਮੁੰਡੇ ਦਾ ਜੇ ਜੰਮ ਪਿਆ ਤੇ ਸਭ ਕੁਝ ਉੱਥੇ ਹੀ ਆ ਜਿੱਥੇ ਉਹ ਜੰਮਿਆ। ਇਸ ਕਰਕੇ ਕੁੜੀਆਂ ਵਿਚਾਰੀਆਂ ਬਹੁਤ ਬਾਰੇ ਡਰਦਿਆਂ ਤੋਂ ਰਹਿੰਦੀਆਂ ਨੇ, ਜਾਂ ਉਹਨਾਂ ਨੂੰ ਰੱਖਿਆ ਜਾਂਦਾ ਜਾਂ ਉਹਨਾਂ ਦਾ ਮਾਈਂਡ ਹੀ ਇੰਨਾ ਵਾਸ਼ ਕਰ ਦਿੱਤਾ ਜਾਂਦਾ, ਉਹ ਵੀ ਇਹ ਗੱਲ ਮੰਨ ਕੇ ਚੱਲੀਆਂ ਹੋਈਆਂ ਵੀ ਸਾਡਾ ਘਰ ਕਿਤੇ ਹੋਰ ਹੈ ਜੀ। ਸੋ ਇਸ ਕਰਕੇ ਸਾਨੂੰ ਇਹ ਥੋੜਾ ਜਿਹਾ ਦਿਲਾਂ ਤੇ ਦਿਮਾਗਾਂ ਦੇ ਵਿੱਚ ਜਿਹੜੀ ਇਹ ਮਰਦ ਦੀ ਪ੍ਰਧਾਨਗੀ ਸਿਖਰਾਂ ਤੇ ਆ। ਵੈਸੇ ਇਹ ਨਵੀਆਂ ਪੀੜ੍ਹੀਆਂ ਦੇ ਵਿੱਚ ਉੱਥੇ ਪੰਜਾਬ ਦੇ ਵਿੱਚ ਆਪਾਂ ਭਾਰਤ ਦੇ ਵਿੱਚ ਦੇਖ ਲਈਏ ਨਾ, ਅੱਜ ਵੀ ਜਾਣੀ ਮਰਦ ਪ੍ਰਧਾਨਗੀ ਦਾ ਇਹ ਸਮਾਜ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਿਆ ਜਾ ਰਿਹਾ ਤੇ ਲੜਕੀਆਂ ਔਰਤਾਂ ਨੇ ਇਹਨੂੰ ਐਕਸੈਪਟ ਕੀਤਾ ਹੋਇਆ। ਤੁਸੀਂ ਦੇਖੋ ਵੀ ਚੋਣ ਨਤੀਜਾ ਉਡੀਕਿਆ ਜਾ ਰਿਹਾ 117 ਸੀਟਾਂ ਦਾ 10 ਮਾਰਚ ਨੂੰ ਹਨ ਜੀ, 1304 ਉਹਦੇ ਵਿੱਚ ਕੈਂਡੀਡੇਟ ਆ। 1304 ਕਿੰਨੀਆਂ ਔਰਤਾਂ ਉਹਦੇ ਵਿੱਚ? 93 ਔਰਤਾਂ। ਅਸੀਂ ਰੌਲਾ ਤੇ ਬਹੁਤ ਪਾਉਂਦੇ ਆ ਵੀ ਸਭ ਕੁਝ ਬਰਾਬਰ ਆ ਜੀ। ਹੁਣ ਕਾਂਗਰਸ ਪਾਰਟੀ ਨੇ 117 ਦੇ ਵਿੱਚੋਂ 11 ਔਰਤਾਂ ਨੂੰ ਉਮੀਦਵਾਰ ਬਣਾਇਆ ਜੀ। 117 ਕੈਂਡੀਡੇਟ ਤੇ 11 ਔਰਤਾਂ ਉਮੀਦਵਾਰ, ਅੱਧਾ ਸਮਾਜ ਔਰਤਾਂ ਆ। ਆਮ ਪਾਰਟੀ ਦੀ ਬੜੀ ਚਰਚਾ ਹੈ, ਉਹਨਾਂ ਨੇ 12 ਉਮੀਦਵਾਰ ਬਣਾਏ ਆ ਸਿਰਫ ਔਰਤਾਂ। ਅਕਾਲੀ ਦਲ ਵਾਲਿਆਂ ਤੁਸੀਂ ਦੇਖ ਲਓ ਵੀ ਬੜੇ ਉਹ ਆਪਣੇ ਆਪ 'ਚ ਹੈਗੇ ਆ, 5 ਔਰਤਾਂ ਨੂੰ ਟਿਕਟਾਂ ਦਿੱਤੀਆਂ ਸਿਰਫ 5। ਬੀਜੇਪੀ ਵਾਲਿਆਂ ਨੇ 6, ਹੈ ਨਾ। ਸੋ ਕਹਿਣ ਦਾ ਮਤਲਬ ਇਹ ਆ ਵੀ ਔਰਤਾਂ ਵੀ ਚੁੱਪ ਆ। ਔਰਤਾਂ ਨੇ ਮੰਨ ਲਿਆ ਹੋਇਆ ਵੀ ਮਰਦ ਪ੍ਰਧਾਨਗੀ ਸਮਾਜ ਦੇ ਵਿੱਚ ਸਾਨੂੰ ਸ਼ੈਲਟਰ ਠੀਕ ਹੈ ਜੀ, ਅਸੀਂ ਆਪਣੇ ਘਰਾਂ ਦੇ ਵਿੱਚ ਹੀ ਆਰਾਮ ਨਾਲ ਰੋਟੀ ਪਕਾ ਛੱਡੀ ਤੇ ਗੁਜ਼ਾਰੇ ਕੰਮ ਚੱਲੀ ਜਾਂਦਾ ਬੜਾ ਵਧੀਆ ਜੀ। ਪਰ ਪੀੜ੍ਹੀ ਦਰ ਪੀੜ੍ਹੀ ਇਹ ਤਾਂ ਉੱਥੇ ਦੀਆਂ ਗੱਲਾਂ ਤੇ ਆਪਾਂ ਨੂੰ ਦੱਸਦੀਆਂ, ਇੱਥੇ ਆ ਕੇ ਆਪ ਇੱਥੇ ਆ ਕੇ ਕੀ ਕਰ ਰਹੇ ਆ ਉਹ ਥੋੜਾ ਜਿਹਾ ਦੇਖ ਲਈਏ ਵੀ ਅਸੀਂ ਇੱਥੇ ਨਵੇਂ ਦੇਸ਼ 'ਚ ਆ ਕੇ ਕੁਝ ਨਵਾਂ ਜੀਵਨ ਪ੍ਰਾਪਤ ਕਰਨ ਆਏ ਸੀ ਤੇ ਨਵਾਂ ਕੀਤਾ ਜੀ। ਘਰਾਂ ਦੇ ਵਿੱਚ ਇਹ ਮੁੰਡੇ ਤੇ ਕੁੜੀ ਦੇ ਵਿਤਕਰੇ ਨੂੰ, ਡਿਸਕ੍ਰਿਮੀਨੇਸ਼ਨ ਨੂੰ ਖਤਮ ਕੀਤਾ, ਬਾਹਰਲੇ ਵਿਤਕਰਿਆਂ ਦਾ ਤਾਲਾਂਬਾ ਦੇਣ ਲੱਗ ਗਏ। ਘਰਾਂ 'ਚ ਆਪ ਜੋ ਕਰ ਰਹੇ ਆ, ਘਰਾਂ ਦਾ ਮਤਲਬ ਸਰੀਰਾਂ 'ਚ, ਦਿਮਾਗਾਂ 'ਚ, ਸਿਰਾਂ 'ਚ ਜਿਹੜਾ ਇਹ ਡਿਸਕ੍ਰਿਮੀਨੇਸ਼ਨ ਹੈ ਇਹਨੂੰ ਦੂਰ ਕਰ ਲਿਆ, ਨਹੀਂ ਅਜੇ ਤੱਕ ਕੀਤਾ ਜੀ। ਮਿਸ ਗੋਸਲ ਆਪਣੀ ਇਹਨਾਂ ਨੂੰ ਜੋਲ ਸਾਹਿਬ ਜੀ ਔਰ ਜੋਲ ਸਾਹਿਬ ਨੂੰ ਵੀ ਸਤਿਵਾਲ। ਇਹ ਬੇਟੀਆਂ ਤਾਂ ਲੋਕਾਂ ਨੇ ਇੱਥੇ ਬਹੁਤ ਸਟਰਗਲ ਕਰਕੇ ਸਭ ਕੁਛ ਮਿਲਿਆ, ਇੰਗਲੈਂਡ ਵਿੱਚ ਬਹੁਤ ਇਹਨਾਂ ਨੇ ਆਪਣੇ ਆਪ ਨੂੰ ਅੱਗੇ ਲਿਆਂਦਾ। ਇੰਡੀਆ ਵਿੱਚ ਅਸੀਂ ਉੱਠੀਆਂ ਨਹੀਂ ਹੈਗੀਆਂ। ਮੈਂ ਜਦੋਂ ਦੇਖ ਲਓ ਕਰਦੀ ਮੇਰੀ ਗੱਲ ਆ ਤੇ ਮੈਨੂੰ ਮਾਂ ਮੇਰੀ ਕਹਿੰਦੀ 5 ਪੜ੍ਹ ਲਏ ਬਹੁਤ ਆ, ਮੇਰੀ ਭੈਣ ਵੀ 92 ਸਾਲ ਦੇ 5 ਪੜ੍ਹੇ, ਤਾਂ ਉਹ ਵੀ ਤਾਂ ਸਕੂਲ ਵੀ ਕੋਈ ਸੀਗਾ। ਸਾਡੇ ਪਿੰਡ ਤੱਕ ਪਾਕਿਸਤਾਨ ਦਾ ਘਰ ਪਿੰਡ ਕਰਕੇ ਉੱਥੇ ਦਾ ਬਹੁਤ ਦੇਰ ਦਾ ਸਕੂਲ, ਪੰਜਾਬੀ ਦਾ ਤਾਂ ਉਰਦੂ ਤਾਂ ਹੈਗੀ ਸੀ। ਐਨੀਵੇ
ਤੇ ਉਹਨਾਂ ਜ਼ਮਾਨੇ ਸਾਨੂੰ ਸਕੂਲ ਨਹੀਂ ਜਾਣ ਦਿੰਦੇ ਸੀ। ਤਾਂ ਹੁਣ ਦੇਖੋ ਤੁਸੀਂ ਉੱਥੇ ਅਜੇ ਵੀ ਕੋਈ ਜਿਹਦਾ ਤੁਸੀਂ ਦੱਸਿਆ ਹੈਗਾ ਵੀ ਕਿੰਨੀਆਂ ਸਿਆਸਤ ਵਿੱਚ ਆਈਆਂ। ਬਾਕੀ ਟੀਚਰ ਤਾਂ ਕੁੜੀਆਂ ਬਣ ਗਏ। ਮਾਮਾ ਕਹਿੰਦੀ ਸੀ ਇਹਨਾਂ ਤੋਂ ਅਸੀਂ ਨੌਕਰੀਆਂ ਕਰਾਉਣੀਆਂ, ਕੁੜੀਆਂ ਨੂੰ ਘਰ ਵਿਆਹ ਕਰਨਾ, ਕਈ ਸਹੁਰੇ ਆਪਣੇ ਘਰ ਜਾ ਕੇ ਬਸਣਾ। ਉਹਨਾਂ ਦੇ ਆਪਣੇ ਸਤਪਾਲ ਨੇ ਸਾਰਾ ਕੁਝ ਦੱਸ ਦਿੱਤਾ, ਪਰ ਅਸੀਂ ਉੱਠੀਆਂ ਨਹੀਂ, ਉੱਠ ਤਾਂ ਗਈਆਂ। ਅਸੀਂ ਸਾਕੇ ਉਹਨੇ ਪਾਇਲਟ ਵੀ ਬਣੀਆਂ, ਸਾਰਾ ਕੁਝ ਬਣ ਗਈਆਂ। ਇੰਡੀਆ ਦੀਆਂ ਕੁੜੀਆਂ ਕੋਈ ਚਾਵਲਾ ਜਿਹੜੀ ਕੁੜੀ ਸੀਗੀ ਉਹ ਕਿੱਥੇ ਤਾਈਂ ਪਹੁੰਚੀ, ਕਲਪਨਾ ਚਾਵਲਾ। ਹਰਪਨਾ ਚਾਵਲਾ ਹੋਰ ਵੀ। ਪਰ ਅਜੇ ਵੀ ਪੰਜਾਬ 'ਚੋਂ ਤਾਂ ਬਹੁਤ ਘੱਟ ਆਉਣੀਆਂ, ਬਾਹਰਲੀਆਂ ਤਾਂ ਇੱਥੇ ਪੜ੍ਹੀਆਂ ਲਿਖੀਆਂ ਵੀ ਹਜੇ ਉਨੀਆਂ ਨਹੀਂ ਹੈਗੀਆਂ ਜਿੰਨੀਆਂ ਬਾਕੀ ਸੂਬਿਆਂ 'ਚ ਸ਼ਹਿਰਾਂ 'ਚ ਹੈਗੀਆਂ। ਜੀ ਪੰਜਾਬ ਹੈਗਾ ਪੇਂਡੂ ਜਾਂ ਸ਼ਹਿਰ, ਪੇਂਡੂ ਇਲਾਕਾ ਜ਼ਿਆਦਾ ਆ, ਇਸ ਕਰਕੇ ਉੱਥੋਂ ਜ਼ਿਆਦਾ ਬਹੁਤ ਬੱਚੇ ਪੜ੍ਹੇ ਲਿਖੇ ਕੁੜੀਆਂ ਅਜੇ ਵੀ ਇੰਨੀਆਂ ਜ਼ਿਆਦਾ ਨਹੀਂ ਹੈਗੀਆਂ, ਕਿਉਂਕਿ ਇੱਕ ਤਾਂ ਉੱਥੇ ਗਰੀਬੀ ਨੇ ਲੋਕੀ ਮਾਰੇ ਪਏ ਆ, ਦੂਸਰਾ ਇਹਨਾਂ ਦੇਸ਼ਾਂ ਵਿੱਚ ਅਸੀਂ ਆਪ ਹੀ, ਮੇਰੀ ਮਾਂ ਕਹਿੰਦੀ ਮੇਰੀਆਂ ਕੁੜੀਆਂ ਮੇਰੇ ਫਾਦਰ ਕਹਿੰਦਾ ਖਬਰਦਾਰ ਜੀ ਕੁੜੀਆਂ ਕੀਤਾ ਤੇ ਮੁੰਡਿਆਂ ਮੇਰੀਆਂ ਕੁੜੀਆਂ ਬਰਾਬਰ। ਉੱਥੇ ਇਹ ਸਾਰੀ ਗੱਲ ਪਾਈ ਜਾਂਦੀ ਹੈ ਦਿਮਾਗਾਂ ਦੇ ਵਿੱਚ। ਕੁੜੀਆਂ ਨੂੰ ਵੀ ਅਹਿਸਾਸ ਇਹਨੇ ਹੁਣੇ ਦੱਸਦਾ ਵੀ ਸਾਰਾ ਕੁਛ ਅਹਿਸਾਸ ਹੋ ਜਾਂਦਾ ਤੇ ਅਸੀਂ ਜਿੱਥੇ ਹੈਗੇ ਹਾਂ ਠੀਕ ਹੀ ਹਾਂ। ਅਸੀਂ ਕਿੱਦਾਂ ਕਰ ਸਕਦੇ ਹਾਂ? ਘਰ ਵਿੱਚ ਭਰਾਵਾਂ ਨੇ ਵੀ ਦਬਾ ਕੇ ਰੱਖਣਾ। ਹੁਣ ਜੇ ਅਸੀਂ ਪਿਕਚਰ ਦੇਖਣ, ਨਹੀਂ ਤੁਸੀਂ ਨਹੀਂ ਜਾ ਸਕਦੇ। ਤੇ ਸਾਡੇ ਬ੍ਰਦਰ ਟੀਚਰ ਵੀ ਸੀਗੇ ਬੜੇ ਹਾਈ ਸਕੂਲ ਦੇ, BA ਕਰਕੇ। ਇੱਕ ਵਾਰੀ ਚੱਲੀਆਂ, ਕਹਿੰਦੇ ਨਹੀਂ, ਤੇ ਛੋਟੀ ਸਿਸਟਰ ਪੜ੍ਹਦੀ ਸੀਗੀ 12ਵੀਂ, ਉਹ ਕਹਿੰਦੇ ਅਸੀਂ ਸੋਸ਼ਲ ਐਨੀਮਲ ਆ ਵੀ ਕਿਉਂ ਨਹੀਂ ਅਸੀਂ ਜਾ ਸਕਦੇ। ਸੋ ਇਹ ਸਾਨੂੰ ਉੱਥੇ ਕੋਈ ਇਹਦਾ ਠੀਕ ਆ, ਅਸੀਂ ਬਹੁਤ ਫੇਰ ਵੀ ਬਾਕੀ ਕੁੜੀਆਂ 'ਚ ਬਹੁਤ ਆਜ਼ਾਦ ਸੀਗੀਆਂ, ਪਰ ਉਹ ਗੱਲ ਉੱਥੇ ਵੀ ਠੀਕ ਆ ਕਿ ਬੱਚਿਆਂ ਨੂੰ ਇੰਨੀ ਆਜ਼ਾਦੀ ਕੁੜੀਆਂ ਦਿਓ ਕਿ ਕੱਲ੍ਹ ਨੂੰ ਇੱਥੇ ਕਿੰਨਾ ਕਿ ਖਰਾਬ ਹੋਈਆਂ ਇੰਡੀਆ ਤੋਂ। ਹੁਣ ਅਸੀਂ ਅੱਖੀਂ ਦੇਖਦੇ ਹਾਂ ਕਿੰਨੀ ਬਰਬਾਦੀ ਹੋਈ ਆ। ਜਿਹੜੀਆਂ ਇੱਥੇ ਆ ਕੇ ਕੁੜੀਆਂ ਉਹ ਇੰਨਾ ਆਪਣੇ ਆਪ ਨੂੰ ਆਜ਼ਾਦ ਸਮਝਦੀਆਂ ਕਿ ਅਸੀਂ ਖੁੱਲ੍ਹ ਕੇ ਆ ਗਏ, ਆਪਣਾ ਉੱਥੋਂ ਕਿ ਜੇਲ੍ਹ 'ਚੋਂ ਨਿਕਲ ਕੇ ਆਈਆਂ ਹੁੰਦੀਆਂ। ਅਸੀਂ ਇੰਨਾ ਵੀ ਨਾ ਖੁੱਲ੍ਹੇ ਛੱਡੀਏ, ਕਿਉਂਕਿ ਬਰਾਬਰ ਦਾ ਸਮਾਜ ਚੱਲਦਾ, ਦੋ ਪਹੀਏ ਇੱਕੋ ਜਿਹੇ ਚੱਲਦੇ ਆ। ਜੇ ਕਿ ਕੁੜੀਆਂ ਨੂੰ ਸਿਰ ਤੇ ਬਿਠਾ ਤਾਂ ਮੁੰਡਿਆਂ ਥੱਲੇ ਸਿੱਟੋ, ਨਹੀਂ ਇਹ ਵੀ ਨਹੀਂ ਚੱਲਣਾ। ਇਹ ਜਿਹੜੀ ਗੱਡੀ ਆ ਇਕੱਠੀ ਚੱਲਣੀ, ਦੋ ਤੀਆਂ ਦੇ ਨਾਲ ਇੱਧਰ ਉੱਧਰ ਖਿੱਚ ਹੋਣਾ। ਘਰ ਵੀ ਚਲਾਉਣਾ ਕੁੜੀਆਂ ਨੇ, ਕਿਉਂਕਿ ਕੁੜੀਆਂ ਵਿੱਚ ਇੰਨੀ ਸਹਿਣਸ਼ੀਲਤਾ ਹੋਣੀ ਚਾਹੀਦੀ ਆ ਜਿਹੜੀ ਕਿ ਹੁਣ ਅੱਜ ਕੱਲ੍ਹ ਬਹੁਤ ਘੱਟ ਗਈ ਹੈ। ਕਦੇ ਤਾਂ ਇੰਨੇ ਡਾਈਵੋਰਸ ਹੋ ਰਹੇ ਹੈਗੇ ਆ ਕਿ ਅਸੀਂ ਬਹੁਤ ਬਰਾਬਰ। ਥੈਂਕ ਯੂ ਸੋ ਮਚ। ਕੁਝ ਨਹੀਂ ਹੋਇਆ ਜੀ, ਥੈਂਕ ਯੂ ਮਿਸਿਸ ਗੋਸਲ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਜੀ। ਇੰਨਾ ਕੁ ਜ਼ਰੂਰ ਆ ਵੀ ਇਹ ਜਿਹੜਾ ਹੁੰਦਾ ਨਾ ਵੀ ਕੁੜੀ ਨੂੰ ਪੜ੍ਹਾਤਾ, ਮੈਂ ਪੁੱਛਦਾ ਹੁੰਦਾ ਵੀ ਮੁੰਡੇ ਨੂੰ ਪੜ੍ਹਾਤਾ ਉਹ ਲਾਂਭਾ ਨਹੀਂ ਬਣਿਆ। ਮੁੰਡੇ ਨੂੰ ਪੜ੍ਹਾਇਆ ਲਾਂਭਾ ਨਹੀਂ ਬਣਿਆ, ਕੁੜੀ ਨੂੰ ਪੜ੍ਹਾਤਾ ਲਾਂਭਾ ਬਣ ਗਿਆ। ਕੁੜੀ ਦਾ ਕੀ ਹੈ? ਪੜ੍ਹਾਤਾ, ਵਿਆਹਤਾ, ਹੱਥ ਝਾੜਤੇ, ਪੱਲਾ ਝਾੜਤਾ, ਕੰਮ ਨਿਬੜ ਗਿਆ। ਮੁੰਡੇ ਨੂੰ ਪੜ੍ਹਾਤਾ, ਵਿਆਹਤਾ, ਕੋਈ ਕੰਮ ਨਹੀਂ ਨਿਬੜਿਆ, ਹਨਾ। ਉਹ ਤਾਂ ਘਰੇ ਹੀ ਰਿਹਾ। ਕੁੜੀ ਨੇ ਵਿਆਹ ਕੇ ਆਪਣੇ ਘਰੇ ਜਾਣਾ। ਕਦੀ ਕਿਹਾ ਵੀ ਮੁੰਡੇ ਨੇ ਵਿਆਹ ਕੇ ਆਪਣੇ ਘਰੇ ਜਾਣਾ? ਉਹ ਮੁੰਡੇ ਨੇ ਕਦੀ ਗੱਲ ਸੋਚੀ ਵੀ ਆ ਵੀ ਮੈਂ ਵੀ ਵਿਆਹ ਕੇ ਆਪਣੇ ਘਰੇ ਜਾਣਾ? ਜੀ, ਇਹ ਕੁੜੀ ਤੇ ਨਾਲ ਕਰਮ ਜੁੜੀ ਹੋਈ ਆ ਵੀ ਉਹਨੇ ਵਿਆਹ ਕੇ ਆਪਣੇ ਘਰੇ ਜਾਣਾ। ਜੀ ਜੀ। ਪਰ ਇਹ ਸਮਾਜਾਂ ਦੇ ਵਿੱਚ ਮਰਦ ਪ੍ਰਧਾਨਗੀ ਸਮਾਜ ਐਕਸੈਪਟੇਬਲ ਆ। ਔਰਤਾਂ ਵੱਲੋਂ ਵੀ ਇਹਦੀ ਐਗਜ਼ਾਮਪਲ ਆ ਵੀ ਸਾਡੇ ਦੇਸ਼ ਭਾਰਤ ਦੀ ਉੱਥੇ ਰਾਸ਼ਟਰਪਤੀ ਵੀ ਔਰਤ ਰਹਿ ਚੁੱਕੀ ਹੈ, ਪ੍ਰਧਾਨ ਮੰਤਰੀ ਵੀ ਔਰਤ ਰਹਿ ਚੁੱਕੀ ਹੈ। ਅੱਜ ਵੀ ਕਈ ਸਟੇਟਾਂ ਦੀਆਂ ਮੁੱਖ ਮੰਤਰੀ ਔਰਤਾਂ ਰਹਿ ਚੁੱਕੀਆਂ ਆ। ਪੱਛਮੀ ਬੰਗਾਲ 'ਚ ਜਾ ਕੇ ਦੇਖ ਲਓ ਔਰਤ ਮਰਦ ਕਿੰਨਾ ਕਿ ਇਹ ਮਤਲਬ ਬਰਾਬਰਤਾ ਹੈਗੀ ਆ। ਮੁੱਖ ਮੰਤਰੀ ਤੇ ਲੇਡੀ ਆ ਨਾ, ਮਾਇਆਵਤੀ ਰਹਿ ਚੁੱਕੀ ਆ ਯੂਪੀ ਦੀ ਔਰਤਾਂ ਦਾ, ਹਨਾ। ਸੋ ਇਹ ਗੱਦੀਆਂ ਮੱਲਣ ਵਾਲੀ ਗੱਲ ਵੱਖਰੀ ਆ ਵੀ ਅਸੀਂ ਕਹਿ ਦਿੰਦੇ ਹਾਂ ਦਿਖਾਉਣ ਵਾਸਤੇ ਕਿਤੇ ਕਿਤੇ ਵੀ ਆ ਦੇਖੋ ਜੀ ਕਿੱਥੇ ਪਹੁੰਚ ਗਈ ਔਰਤ, ਪਰ ਅਸਲ 'ਚ ਤੁਸੀਂ ਘਰਾਂ 'ਚ ਜਾ ਕੇ ਦੇਖੋ ਵੀ ਉੱਥੇ ਦੀ ਉੱਥੇ ਹੀ ਆ ਜੀ। ਉਹ ਇਹ ਕੁਰਸੀਆਂ ਤੇ ਬੈਠੀਆਂ ਨਾ ਗਿਣੀਆਂ ਚੁਣੀਆਂ ਨੂੰ ਦੇਖੋ, ਘਰਾਂ ਦੇ ਵਿੱਚ ਦੇਖੋ, ਘਰਾਂ ਦਾ ਮਤਲਬ ਸਿਰਾਂ ਦੇ ਵਿੱਚ ਦੇਖੋ, ਸਿਰਾਂ ਦੇ ਵਿੱਚ ਬਰਾਬਰਤਾ ਹੈ। ਕੁੜੀ ਨੇ ਵਿਆਹ ਕੇ ਆਪਣੇ ਘਰੇ ਜਾਣਾ, ਮੁੰਡੇ ਨੇ ਵਿਆਹ ਕੇ ਆਪਣੇ ਘਰੇ ਹੀ ਰਹਿਣਾ। ਵਿਤਕਰਾ ਕਿਉਂ ਨਹੀਂ ਹੈ ਬਈ? ਕੁੜੀ ਨੂੰ ਵਿਆਹਤਾ, ਕੁੜੀ ਨੂੰ ਪੜ੍ਹਾਤਾ, ਗੱਲ ਮੁੱਕ ਗਈ। ਮੁੰਡੇ ਨੂੰ ਵਿਆਹਤਾ, ਮੁੰਡੇ ਨੂੰ ਪੜ੍ਹਾਤਾ, ਗੱਲ ਨਹੀਂ ਮੁੱਕੀ। ਕੀ ਗੱਲ? ਕੋਈ ਹੈ ਮੁੰਡਾ ਜਿਹਦੀ ਕਦੀ ਅਣਖ, ਗੈਰਤ, ਜੁਰਤ ਕਦੀ ਜਾਗੀ ਹੋਵੇ ਵੀ ਮੇਰੀਆਂ ਭੈਣਾਂ ਨਾਲ ਇਹਦਾ ਨਹੀਂ ਹੋਣਾ ਚਾਹੀਦਾ ਹੈ? ਮਤਲਬ ਆਪਾਂ ਰੱਖੜੀ ਤੇ ਵੀ ਇਹ ਗੱਲਾਂ ਸਾਰੀਆਂ ਕੀਤੀਆਂ ਸੀਗੀਆਂ। ਸੋ ਇਹ ਚੀਜ਼ਾਂ ਹਰ ਸਾਲ ਦਿਨ ਆਉਂਦੇ ਆ, ਮਨਾ ਕੇ ਮਤਲਬ ਆਪਾਂ ਅੱਗੇ ਤੁਰ ਪੈਂਦੇ ਆ। ਥੋੜਾ ਜਿਹਾ ਸੋਚ ਵਿਚਾਰਨ ਦੀ ਲੋੜ ਆ ਵੀ ਇਹਨਾਂ ਦਿਨਾਂ ਨੂੰ ਰੱਖਣ ਦਾ ਕੋਈ ਅਰਥ ਹੈ? ਬਿਲਕੁਲ ਅਰਥ ਤਾਂ ਆ ਜੇ ਸਿਰਾਂ ਦੇ ਬੰਦ ਖੁੰਨੇ ਖੋਲ ਕੇ ਬਰਾਬਰਤਾ ਦਾ ਅਹਿਸਾਸ ਉਹਦੇ ਵਿੱਚ ਜਗਾ ਲਈਏ ਜੀ। ਇਹ ਪੜ੍ਹਾਉਣਾ ਤੇ ਵਿਆਹੁਣਾ ਇਹ ਮੁੰਡਿਆਂ ਨੂੰ ਵੀ ਕੀਤਾ ਜਾਂਦਾ, ਉਹ ਲਾਂਭਾ ਨਹੀਂ ਬਣਦਾ। ਇਸ ਕਰਕੇ ਕੁੜੀ ਨੂੰ ਵਿਆਹੁਣਾ, ਕੁੜੀ ਨੂੰ ਪੜ੍ਹਾਉਣਾ, ਇੱਥੇ ਗੱਲ ਸਮਾਪਤ ਨਹੀਂ। ਉਹ ਬਰਾਬਰ ਦਾ ਘਰ ਵਿੱਚ ਜੀ ਆ। ਜੋ ਕੁਛ ਤੁਸੀਂ ਮੁੰਡੇ ਵਾਸਤੇ ਰਾਖਵੇਂ ਰੱਖ ਰਹੇ ਹੋ, ਉਹਨੂੰ ਦੇ ਰਹੇ ਹੋ, ਉਹ ਕੁੜੀ ਦਾ ਵੀ ਓਨਾ ਹੀ ਉਹਦੇ ਤੇ ਹੱਕ ਆ ਤੇ ਬਿਨਾਂ ਮੰਗਿਆ ਜੀ। ਮੁੰਡੇ ਦਾ ਸਭ ਕੁਛ ਓਦਾਂ ਹੀ ਆ, ਬਿਨਾਂ ਮੰਗਿਆ ਹੀ।
ਕੁੜੀ ਨੂੰ ਮੰਗਿਆ ਵੀ ਜਾਣੀ ਦੁਰਕਾਰਨ ਹੈ, ਉਹ ਇਸ ਕਰਕੇ ਡਰਦੀ ਨੇ, ਵਿਚਾਰੀ ਨੇ ਮੰਗਣਾ ਹੀ ਨਹੀਂ, ਕਿਤੇ ਲੜੇ ਨਾ ਪੈਣ, ਰਿਸ਼ਤੇ ਨਾ ਖਤਮ ਹੋ ਜਾਣ। ਕੁੜੀ ਨੂੰ ਤਾਂ ਵਿਆਹ ਤੋਂ ਬਾਅਦ ਪੀਪੇ ਤਾਂ ਹੀ ਮਿਲਣੇ ਆ ਨਾ ਜੇ ਵੀ ਉਹ ਚੁੱਪ ਰਹੂਗੀ, ਸਭ ਕੁਝ ਛੱਡਿਆ ਜੀ। ਜਰਾ ਕੋ ਮੰਗ ਕੇ ਦੇਖੇ ਤੇ ਜਾਂਦਾ ਪੀਪਾ। ਤਾਂ ਤਦ ਕਰਕੇ ਥੋੜਾ ਜਿਹਾ ਆਪਾਂ ਸਿਰਾਂ ਦੇ ਅੰਦਰ ਵਿਚਾਰ ਕਰੀਏ ਵੀ ਅਸੀਂ ਕੀ ਲਈ ਬੈਠੇ ਹਾਂ, ਕੀ ਲਈ ਬੈਠੀਆਂ ਆ ਜੀ। ਆਲਰਾਈਟ, ਟਾਈਮ ਸਾਨੂੰ ਆਗਿਆ ਨਹੀਂ ਦੇ ਰਿਹਾ ਜੌਲ ਸਾਹਿਬ, ਪਰ ਤੁਸੀਂ ਕੋਈ ਵੀ ਜੌਲ ਸਾਹਿਬ ਦੇ ਨਾਲ ਡਾਇਰੈਕਟਲੀ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ 4168953784 4168953784 ਇਹ ਨੰਬਰ ਸੇਵ ਕਰਕੇ WhatsApp ਤੇ ਹਾਈ ਭੇਜ ਕੇ ਜੌਲ ਸਾਹਿਬ ਨੂੰ ਨਾਮ ਜ਼ਰੂਰ ਭੇਜ ਦੇਣਾ ਆਪਣਾ, ਤੇ ਤੁਸੀਂ ਵੱਧ ਤੋਂ ਵੱਧ ਨਿਊਜ਼ ਵਿਊਜ਼ ਗੱਲਾਂ ਬਾਤਾਂ WhatsApp ਗਰੁੱਪ ਦੇ ਵਿੱਚ ਸ਼ਾਮਲ ਹੋ ਸਕਦੇ ਹੋ। 4168953784 ਜੌਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੌਲ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।